ਐਦੋਂ ਮਾੜਾ ਦਿਨ ਨਾ ਕਿਸੇ ਤੇ ਆਵੇ ਜਦੋਂ ਪੁੱਤਰ ਦੀ ਚਿਖਾ ਨੂੰ ਪਿਓ ਅੱਗ ਵਿਖਾਵੇ। ਬੜਾ ਔਖਾ ਹੋ ਜਾਂਦਾ ਹੈ ਕਿਸੇ ਜਵਾਨ ਪੁੱਤ ਦੀ ਚਿਖਾ ਨੂੰ ਅੱਗ ਦਿਖਾਉਣਾ। ਤੇ ਬੜੀ ਹੀ ਅਣਹੋਣੀ ਘਟਨਾ ਵਾਪਰੀ ਹੈ ਮਜੀਠਾ ਨੇੜਲੇ ਪਿੰਡ ਨੰਗਲ ਪੰਨੂਆ ਵਿੱਚ, ਜਿੱਥੇ ਇੱਕ ਰਾਘਵ ਸ਼ਰਮਾ ਨਾਂ ਦਾ 22 ਸਾਲਾ ਗੱਭਰੂ ਸਰਦਾਰ ਸ਼੍ਰੀ ਸੋਹਣ ਲਾਲ ਜੀ ਦਾ ਬੇਟਾ ਸਲਫਾਸ ਨਿਕਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਗਿਆ ਸਦਾ ਸਦਾ ਦੇ ਲਈ। ਤੇ ਜਾਣਕਾਰ ਸੂਤਰਾਂ ਤੋਂ ਇਹ ਵੀ ਲੱਗਾ ਹੈ ਕਿ ਮਨਦੀਪ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਉਸ ਕੋਲੋਂ ਕਾਗਜ਼ਾਤ ਲਏ ਕਿ ਉਸ ਨੂੰ ਕਿਤੇ ਸਰਕਾਰੀ ਨੌਕਰੀ ਦਿਵਾਵੇਗਾ ਅਤੇ ਇਸ ਬਦਲੇ ਉਸ ਕੋਲ ਪੈਸੇ ਵੀ ਮੰਗੇ ਗਏ ਤੇ ਉਹਨਾਂ ਨੇ ਪੈਸੇ ਵੀ ਤੇ ਸਰਕਾਰੀ ਕਾਗਜ਼ਾਤ ਵੀ ਦੇ ਦਿੱਤੇ। ਅਤੇ ਪੁਲਿਸ ਰਿਪੋਰਟ ਅਨੁਸਾਰ ਇਹ ਪਤਾ ਲੱਗਦਾ ਹੈ ਕਿ ਉਸ ਵਿਅਕਤੀ ਨੇ ਉਹਨਾਂ ਕਾਗਜ਼ਾਂ ਦੇ ਉੱਤੇ ਕੋਈ ਗੱਡੀ ਫਾਈਨਾਂਸ ਕਰਵਾ ਲਈ ਸੀ ਅਤੇ ਗੱਡੀ ਵਾਲੇ ਉਸ ਦੇ ਕੋਲੋਂ ਵਾਰ-ਵਾਰ ਪੈਸੇ ਮੰਗਦੇ ਸੀ ਅਤੇ ਉਹ ਉਸ ਦੀ ਹਾਲਤ ਅਜਿਹੀ ਨਹੀਂ ਸੀ ਕਿ ਉਹ ਗੱਡੀ ਦੇ ਪੈਸੇ ਤਾਰ ਸਕਦਾ। ਤੇ ਜਦੋਂ ਉਸ ਨੂੰ ਘੋਖਿਆ ਗਿਆ ਤਾਂ ਫਿਰ ਸਾਹਮਣੇ ਆਇਆ ਕਿ ਉਹੀ ਕਾਗਜ਼ ਜਿਹੜੇ ਮਨਦੀਪ ਸਿੰਘ ਨੇ ਉਹਨਾਂ ਤੋਂ ਖੜੇ ਸੀ, ਉਹਨਾਂ ਦੇ ਹੀ ਜ਼ਰੀਏ ਇਹ ਜਿਹੜੀ ਗੱਡੀ ਫਾਈਨਾਂਸ ਕਰਵਾ ਲਈ ਸੀ ਰਾਘਵ ਸ਼ਰਮਾ ਦੇ ਨਾਂ 'ਤੇ, ਜਿਸ ਕਰਕੇ ਰਾਘਵ ਸ਼ਰਮਾ ਨੂੰ ਆਪਣੀ ਜਾਨ ਦੇਣੀ ਪਈ ਹੈ। ਅਤੇ ਇਸ ਸੰਬੰਧੀ ਪੁਲਿਸ ਵੱਲੋਂ ਜੁਰਮ 306 IPC 420 468 IPC ਦਰਜ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ। ਇੱਥੇ ਇਹ ਵੀ ਗੱਲ ਦੱਸਣੀ ਯੋਗ ਬਣਦੀ ਹੈ ਕਿ ਰਾਘਵ ਸ਼ਰਮਾ ਅਤੇ ਉਸਦੇ ਪਰਿਵਾਰ ਵਾਲੇ ਥਾਣਾ ਮਜੀਠਾ ਵਿਖੇ ਦਰਖਾਸਤ ਦੇਣ ਲਈ ਆਏ ਸੀ ਅਤੇ ਮੌਕੇ 'ਤੇ ਮੁਨਸ਼ੀ ਨੇ ਉਹਨਾਂ ਦੀ ਦਰਖਾਸਤ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਇਹ ਵੀ ਇਲਜ਼ਾਮ ਲਾਇਆ ਕਿ ਹੋ ਸਕਦਾ ਤੁਹਾਂ ਆਪੇ ਵੇਚ ਲਈ ਹੋਵੇ। ਉਹਨਾਂ ਦੀ ਸੁਣਵਾਈ ਨਹੀਂ ਹੋਈ। ਜੇ ਉਹਨਾਂ ਦੀ ਟਾਈਮ ਨਾਲ ਸੁਣਵਾਈ ਹੋ ਜਾਂਦੀ ਤੇ ਅੱਜ ਕਿਸੇ ਜਵਾਨ ਗੱਭਰੂ ਨੇ ਆਤਮ ਹੱਤਿਆ ਨਹੀਂ ਸੀ ਕਰਨੀ, ਕਿਸੇ ਮਾਂ ਨੂੰ ਨਿਪੁੱਤੀ ਨਹੀਂ ਸੀ ਹੋਣਾ ਪੈਣਾ। ਅਕਸਰ ਜ਼ੁਲਮ ਉਦੋਂ ਵੱਧਦੇ ਆ ਜਦੋਂ ਇਨਸਾਫ ਵਿੱਚ ਦੇਰੀ ਹੁੰਦੀ ਹੈ ਤੇ ਮਜੀਠੇ ਥਾਣੇ ਦੀ ਇਹ ਫਿਤਰਤ ਬਣ ਗਈ ਹੈ ਕਿ ਪਹਿਲੀ ਗੱਲ ਤੇ ਦਰਖਾਸਤ ਲੈਣ ਗਿਆ ਨੂੰ ਜਲੀਲ ਕਰ ਦੇਣਾ ਇਹਨਾਂ ਨੇ ਤੇ ਫਿਰ ਇਹਨਾਂ ਨੇ ਦੇਰੀ ਇੰਨੀ ਕੁ ਜ਼ਿਆਦਾ ਕਰ ਦੇਣੀ ਹੈ ਕਿ ਕਿਸੇ ਵੀ ਮੁਜਰਮ ਨੂੰ ਹੋਰ ਜੁਰਮ ਕਰਨ ਲਈ ਉਕਸਾਇਆ ਜਾਂਦਾ। ਅੰਤ ਵਿੱਚ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਅਫਸਰਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਇਨਸਾਫ ਵਿੱਚ ਦੇਰੀ ਕਰਦੇ ਨੇ ਤੇ ਮੁਜਰਮਾਂ ਨੂੰ ਆਜ਼ਾਦ ਘੁੰਮਣ ਦਾ ਮੌਕਾ ਦਿੰਦੇ ਨੇ, ਕਿਉਂਕਿ ਜਦ ਤੱਕ ਮੁਜਰਮ ਨੂੰ ਨੱਥ ਨਹੀਂ ਪਾਈ ਜਾਵੇਗੀ ਤਦ ਤੱਕ ਪੰਜਾਬ ਵਿੱਚੋਂ ਜ਼ੁਰਮ ਖਤਮ ਨਹੀਂ ਹੋਣਾ। ਦੂਜੀ ਇਹਨਾਂ ਨੇ ਗੱਲ ਕੀਤੀ ਸੀ ਕਿ ਕਿਹੜੀ ਗੱਲ ਕੀਤੀ ਸੀ 467 ਦਾ ਜਿਹੜਾ 460 ਸਾਰਾ ਵਾਅਦਾ ਕਰਤਾ ਇਹਨਾਂ ਦੀ ਗ੍ਰਿਫਤਾਰੀ ਲਈ ਪਾਰਟੀਆਂ ਭੇਜੀਆਂ, ਰੇਡ ਕਰਨੀ, ਜਲਦੀ ਜਲਦੀ ਫੜ ਲਿਆ ਜਾਊਗਾ। ਅਸੀਂ ਤੁਹਾਡੇ ਨਾਲ ਹੈ, ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਹੈ, ਕੋਈ ਹੋਰ ਨਹੀਂ ਕੋਈ ਗੱਲ। ਬਾਕੀ ਜੋ ਤੁਹਾਡੀਆਂ ਮੰਗਾਂ ਸਾਰੀਆਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ। ਉਹ ਦਰਖਾਸਤ ਲੈ ਦਿੱਤੀ ਮੁਨਸ਼ੀ ਵਾਲੀ, ਉਹ 'ਤੇ ਵੀ ਕਾਰਵਾਈ ਹੋਏਗੀ। ਕੀ ਕਾਰਵਾਈ ਕਰ ਰਹੇ ਜੀ? ਉਹ ਤੁਹਾਡੇ ਕੋਲ ਦਰਖਾਸਤ ਦੀ ਰਿਸੀਵਿੰਗ ਦੇਤੀ, ਜੋ ਉਹਦੇ ਖਿਲਾਫ ਬੰਦੀ ਕਾਰਵਾਈ ਹੋਏਗੀ। ਸੀਨੀਅਰ ਅਫਸਰਾਂ ਨਾਲ ਗੱਲ ਕਰ ਲਈ, ਆਉਣ ਹੀ ਡੇ ਇੱਥੇ, ਉਹਨੂੰ ਆਪਾਂ ਉਸੇ ਟਾਈਮ ਕਰ ਦਾਂਗੇ। ਨਹੀਂ ਜੀ ਨਹੀਂ, ਜੇ ਅਸੀਂ ਇਹਨਾਂ ਨੂੰ ਰਿਸੀਵਿੰਗ ਦਿੱਤੀ ਨਹੀਂ, ਉਹ ਤੁਹਾਡੀ ਬੁਨਿਆਦੀ ਗੱਲਾਂ ਕੋਈ ਨਹੀਂ ਹੋਣਾ। ਕੰਮ ਕਰਨ ਦਾ ਧਰਨਾ ਚੁੱਕਿਆ ਜਾਏ ਜਦ ਤੱਕ ਸਾਨੂੰ ਇਹ ਬੱਚੇ ਜਗਰੂਪ ਦੇ ਖਿਲਾਫ ਇਨਸਾਫ ਨਹੀਂ ਮਿਲੂਗਾ। ਸਰ ਪੁੱਛੋ ਇੱਥੇ ਉਹਨਾਂ ਦਾ ਧਰਨਾ ਨਹੀਂ ਚੁੱਕਿਆ ਜਾਏਗਾ। ਆਪਾਂ ਉਹਨਾਂ ਜਰ ਪੁੱਛ ਰਹੇ ਉਹਨਾਂ ਨੂੰ ਹੁਣੇ ਸਸਪੈਂਡ ਲੈ ਕੇ ਕੰਮ ਕਰਦੇ ਆ ਸਾਰੇ। ਇਹ ਕਿਲੇ ਫੋਸਾ ਕੰਸ਼ਨ ਦਾ ਮਾਰਾ ਕੰਮ ਨਹੀਂ ਅਸੀਂ ਆਪਣੇ ਬੱਚੇ ਦਾ ਸੰਸਕਾਰ ਕਰਨਾ ਪੱਕਾ ਬੰਦ ਕਰ ਦੇਣਾ ਜੇ ਨਾ ਨਹੀਂ ਜਾਣਾ ਇੱਥੇ। ਭਾਈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਦੋਸ਼ੀ ਜਦ ਤੱਕ ਮੌਜੂਦ ਨੇ ਦੋਸ਼ੀ ਗਏ ਹਾਲ ਕੀਤਾ ਜਾਵੇ। ਥਾਣੇ 'ਚ ਮੌਜੂਦ ਆ ਜੀ, ਉਹਨੂੰ ਕਿਉਂ ਭਜਾਇਆ? ਉਹਨੂੰ ਹੁਣੇ ਅਰੈਸਟ ਕਰੋ। ਸਾਡਾ ਬੱਚਾ ਮਰਦਾ ਦਾ ਬੱਚਾ ਚੁੱਕ ਲਿਆਵਾਂਗੇ, ਅਸੀਂ ਪ੍ਰਾਈਵੇਟ ਚੁੱਕ ਕੇ ਲਿਆਵਾਂਗੇ। ਦਿੱਤੀ ਉਹਦੇ ਖਿਲਾਫ ਉਹੀ ਅਸਰਾਂ ਦੇ ਧਿਆਨ ਚ ਲੈਂਦਾ, ਜੋ ਕਾਰਵਾਈ ਆਪਾਂ ਕਰ ਦਿੰਦੇ ਥਾਣੇਦਾਰ। ਕਿਹੜਾ ਜਦੋਂ ਬੰਦਾ ਭਗੜਾ ਪ੍ਰਾਈਵੇਟ ਭਗੜਾ ਹੁੰਦਾ ਲੜਾਈ ਕਰਕੇ ਉਹਨੂੰ ਕਿੱਦਾਂ ਉਹਦੇ ਬੱਚੇ ਕਿੱਦਾਂ ਚੱਕਦੇ, ਤੁਸੀਂ ਕਿੱਦਾਂ ਚੱਕਦੇ ਨੇ? ਮੁਲਾਜ਼ਮ ਨੂੰ ਕਿੱਦਾਂ ਨਹੀਂ ਚੱਕਦੇ? ਮੁਲਾਜ਼ਮ ਦਾ ਪ੍ਰੂਫ ਨਹੀਂ ਹੈਗਾ, ਦਾ ਪਿੰਡ ਦਾ ਪਤਾ ਨਹੀਂ ਲੱਗਦਾ। ਹਾਂਜੀ ਭਾਜੀ, ਕੀ ਨਾਮ ਹੈ ਜੀ ਆਪਣਾ? ਪੁਰਸ਼ੋਤਮ ਲਾਲ ਜੀ। ਸਰ ਜਿਹਨੇ ਡੈਥ ਹੋਈ ਤੁਸੀਂ ਕੀ ਲੱਗਦੇ ਹੋ? ਮੈਂ ਚਾਚਾ ਹਾਂ। ਇਹ ਕੀ ਗੱਲ ਹੋਈ ਸਰ, ਕਿਉਂ ਸਰ ਗੱਲ ਸਾਨੂੰ ਨਾ 1 ਜੁਲਾਈ ਨੂੰ ਸਵੇਰੇ ਤਕਰੀਬਨ 9:30 ਵਜੇ ਇੱਕ ਲੈਟਰ SDM ਆਫਿਸ ਪੱਟੀ ਵੱਲੋਂ ਆਈ ਆ, ਜਿਹਦੇ ਵਿੱਚ ਲਿਖਿਆ ਸੀ ਵੀ ਤੁਸੀਂ ਇੱਕ ਗੱਡੀ ਲਈ ਆ, ਜਿਹਦਾ ਨੰਬਰ ਆ ਲੈਟਰ ਦੇ ਵਿੱਚ ਮੈਂਸ਼ਨ ਹੈ, ਇਹਦੀ ਮੈਂ ਤੁਹਾਨੂੰ ਕਾਪੀ ਦੇ ਦਾਂਗਾ। ਉਹਨਾਂ ਕਿਹਾ ਵੀ ਇਹ ਗੱਡੀ ਤੁਸੀਂ ਲਈ ਆ ਤੇ ਤੁਹਾਡੇ ਕਾਗਜ਼ ਜਿਹੜੇ ਪੂਰੇ ਨਹੀਂ ਹੈਗੇ ਤੇ ਇਸ ਸੰਬੰਧੀ ਤੁਸੀਂ SDM ਪੱਟੀ ਆਫਿਸ ਆਣ ਕੇ ਆਪਣਾ ਸਪਸ਼ਟੀਕਰਨ ਦਿਓ ਤੇ ਜਿਹੜੇ ਬਣਦੇ ਡਾਕੂਮੈਂਟ ਆ ਉਹ ਪੇਸ਼ ਕਰਾਓ, ਨਹੀਂ ਤਾਂ ਤੁਹਾਡੀ ਰਜਿਸਟ੍ਰੇਸ਼ਨ ਰੱਦ ਹੋ ਜੂਗੀ। ਜਦੋਂ ਕਿ ਅਸੀਂ ਕੋਈ ਵੀ ਗੱਡੀ ਨਹੀਂ ਸੀ ਲਈ, ਅਸੀਂ ਆਨਲਾਈਨ ਸੌਫਟਵੇਅਰ ਤੇ ਪਾ ਕੇ ਦੇਖਿਆ ਇਹ ਇਟੀਓਸ ਲੀਵਾ ਗੱਡੀ ਸੀ। ਇਸ ਸੰਬੰਧੀ ਅਸੀਂ ਉਸੇ ਦਿਨ ਹੀ ਉਸੇ ਵੇਲੇ ਦਰਖਾਸਤ ਲਿਖ ਕੇ ਮਜੀਠੇ ਥਾਣੇ ਆਪਾਂ ਆਏ ਹਾਂ ਜੀ ਕੰਪਲੇਂਟ ਕਰਨ। ਅਸੀਂ ਆਣ ਕੇ ਥਾਣਾ ਮਜੀਠੇ ਮੁਨਸ਼ੀ ਜਗਰੂਪ ਸਿੰਘ ਨੂੰ ਮਿਲੇ ਹਾਂ ਕਿ ਸਰ ਸਾਡੇ ਨਾਲ ਫਰੋਡ ਹੋਇਆ, ਸਾਡੀ ਦਰਖਾਸਤ ਲਿਖ ਕੇ ਤੇ ਇਹਦੀ ਤਹਿਕੀਕਾਤ ਕੀਤੀ ਜਾਵੇ। ਅੱਗੋਂ ਉਹਨਾਂ ਨੇ ਸਾਨੂੰ ਆਖਿਆ ਵੀ ਤੁਹਾਡੀ ਦਰਖਾਸਤ ਇੱਥੇ ਨਹੀਂ ਬਣਦੀ, ਤੁਸੀਂ ਪੱਟੀ ਜਾ ਕੇ ਦਰਖਾਸਤ ਦਿਓ।
ਕਿਹਨੇ ਕਿਹਾ ਜੀ? ਇਹ ਮੁੰਸ਼ੀ ਜਗਰੂਪ ਸਿੰਘ ਨੇ ਜੀ, ਸਾਡੀ ਦਰਖਾਸਤ ਨਹੀਂ ਲਈ। ਅੱਗੋਂ ਅਸੀਂ ਕਿਹਾ ਵੀ ਸਰ ਸਾਡਾ ਮਜੀਠੇ ਦੇ ਨਾਲ ਪਿੰਡ ਆ, 1.5 ਕਿਲੋਮੀਟਰ ਸਾਡਾ ਪਿੰਡ ਆ, ਅਸੀਂ ਪੱਟੀ ਕਿਸ ਤਰ੍ਹਾਂ ਜਾਈਏ? ਪੱਟੀ ਵੱਲੋਂ ਤੇ ਸਾਨੂੰ ਲੈਟਰ ਆਈ ਆ, ਸਾਡੇ ਨਾਲ ਧੋਖਾ ਆਇਆ, ਅਸੀਂ ਆਪਣੇ ਧੋਖੇ ਦੀ ਲੈਟਰ ਮਜੀਠੇ ਥਾਣੇ ਦੇਵਾਂਗੇ। ਇਹਨਾਂ ਨੇ ਅੱਗੋਂ ਸਾਨੂੰ ਬਹੁਤ ਮਾੜਾ ਚੰਗਾ ਬੋਲਿਆ। ਉਲਟਾ ਇਹਨਾਂ ਨੇ ਆਖਿਆ ਵੀ ਕੀ ਪਤਾ ਤੁਸੀਂ ਇਹ ਕੰਮ ਆਪ ਹੀ ਨਹੀਂ ਕੀਤਾ। ਉਦੋਂ ਬਾਅਦ ਸਾਡਾ ਬੱਚਾ ਬਹੁਤ ਜ਼ਿਆਦਾ ਤਣਾਅ 'ਚ ਚੱਲ ਗਿਆ। ਉਸ ਤੋਂ ਬਾਅਦ ਸਾਨੂੰ ਪਤਾ ਲੱਗਾ, ਅਸੀਂ ਪੁੱਛਿਆ ਵੀ ਡਾਕੂਮੈਂਟ ਕਿਹਦੇ ਕੋ ਗਏ ਸੀ। ਇਹ ਸਰ ਬਾਅਦ 'ਚ ਸਾਨੂੰ ਪੁੱਛਿਆ ਉਹਨੇ ਵੀ ਪਾਪਾ ਮੈਂ ਤੇ ਮਨਦੀਪ ਅੰਕਲ ਨੂੰ ਦਿੱਤੇ ਸੀ। ਫਿਰ ਅਸੀਂ ਮਨਦੀਪ ਨਾਲ ਫੋਨ ਤੇ ਗੱਲ ਕੀਤੀ। ਫਿਰ ਉਹਨੇ ਕਿਹਾ ਜੀ ਮਨਦੀਪ ਸਿੰਘ ਕੌਣ ਹੈ? ਇਹ ਸਰ ਮਨਦੀਪ ਸਿੰਘ ਪੁੱਤਰ ਦਲਬੀਰ ਸਿੰਘ ਨਾਗ ਖੁਰਦ ਦਾ ਜੀ, ਇਸ ਵੇਲੇ 37 ਨੰਬਰ ਕੋਠੀ ਆ, SG ਇਨਕਲੇਵ ਫੇਸ 1 'ਚ ਰਹਿਣ ਵਾਲਾ। ਕੀ ਕਰਦੇ ਕੀ ਹੋ? ਸਰ ਉਹ ਪਹਿਲੇ ਡੀਜੇ ਦਾ ਕੰਮ ਕਰਦਾ ਸੀ, ਇਸ ਵੇਲੇ ਗੱਡੀਆਂ ਦੀ ਸੇਲ ਪਰਚੇਸ ਦਾ ਕੰਮ ਕਰਦਾ। ਤੇ ਤੁਸੀਂ ਉਹਨਾਂ ਦੇ ਝਾਂਸੇ 'ਚ ਕਿੱਦਾਂ ਆ ਗਏ? ਸਰ ਸਾਡੀ 2005 ਦੇ ਉਤੋਂ ਸਾਡੀ ਗੱਡੀ ਲੱਗੀ ਸੀ ਉਹਨਾਂ ਦੇ ਡੀਜੇ ਦੇ ਨਾਲ। ਸਾਡੇ ਬਹੁਤ ਵਧੀਆ ਪਰਿਵਾਰਕ ਰਿਲੇਸ਼ਨ ਸੀ। 1.5 ਸਾਲ ਪਹਿਲੇ ਉਹਨਾਂ ਨੇ ਸਾਨੂੰ ਆਖਿਆ ਵੀ ਤੁਹਾਡੇ ਬੇਟੇ ਦੀ ਨੌਕਰੀ ਮੈਂ ਕਾਰਪੋਰੇਸ਼ਨ ਦੇ ਵਿੱਚ ਲਵਾ ਦਿੰਦਾ, 5 ਲੱਖ ਰੁਪਇਆ ਲੱਗੂਗਾ, ਪਰ ਤੁਸੀਂ ਮੇਰੇ ਆਪਣੇ ਜੇ, ਮੈਂ 3.5 'ਚ ਕਰਵਾ ਦੇਣਾ, ਮੈਂ ਆਪਣੇ ਬੇਟੇ ਨੂੰ ਵੀ ਕਰਵਾਉਣਾ ਵਾ, ਹੋਰ ਵੀ 1-2 ਲੜਕੇ ਕਰਵਾਉਣੇ, ਤੁਹਾਨੂੰ ਵੀ ਕਰਵਾ ਦੇਣਾ। ਅਸੀਂ ਕਿਹਾ ਵੀ ਗਰੀਬ ਬੰਦੇ ਆ, ਸਾਡੇ ਕੋਲ ਇੰਨੇ ਪੈਸੇ ਨਹੀਂ ਆ। ਉਹਨੇ ਬੜਾ ਮਜਬੂਰ ਕੀਤਾ, ਨਹੀਂ ਤੁਹਾਡੇ ਬੱਚੇ ਦੀ ਜ਼ਿੰਦਗੀ ਬਣ ਜੂਗੀ। ਫਿਰ ਕੋਈ ਤਕਰੀਬਨ 1.5 ਸਾਲ ਪਹਿਲੇ ਸਾਡੇ ਘਰ ਆਣ ਕੇ, ਸੋਹਣ ਲਾਲ ਜੀ ਦੇ ਘਰ ਆਣ ਕੇ, ਮੇਰੀ ਤੇ ਸੋਹਣ ਲਾਲ ਜੀ ਦੀ ਤੇ ਉਹ ਬੇਟੇ ਦੀ ਹਾਜ਼ਰੀ ਦੇ ਵਿੱਚ ਮਨਦੀਪ ਸਿੰਘ ਨੇ 1.5 ਲੱਖ ਕੈਸ਼ ਸਾਡੇ ਕੋਲੋਂ ਘਰੋਂ ਖੜਿਆ। ਇਹ ਕਿਸ ਸਿਲਸਿਲੇ 'ਚ? ਨੌਕਰੀ ਦਿਵਾਉਣ ਦੇ ਚੱਕਰ 'ਚ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ। ਨੌਕਰੀ ਲਵਾਈ ਜੀ? ਨਹੀਂ ਜੀ ਨਾ ਨੌਕਰੀ ਬੰਦਾ ਸਰ, ਉਹਦੇ ਨਾਲ ਸਾਡੇ 10ਵੀਂ ਦੇ ਤੇ +2 ਦੇ ਓਰੀਜਨਲ ਡਾਕੂਮੈਂਟ ਵੀ ਲੈ ਗਿਆ, ਉਹਨਾਂ ਦੀਆਂ ਫੋਟੋ ਕਾਪੀਆਂ ਵੀ ਸੈਲਫ ਟੈਸਟ ਕਰਾ ਕੇ ਲੈ ਗਿਆ, ਆਧਾਰ ਕਾਰਡ ਪੈਨ ਕਾਰਡ ਵੀ ਲੈ ਗਿਆ, ਤੇ ਇੱਕ ਪਾਸਬੁੱਕ ਦੀ ਕਾਪੀ ਉਹਨੇ ਨਾਲ ਖੜੀ ਆ ਵੀ ਇੱਥੇ ਤੁਹਾਡੀ ਅਕਾਊਂਟ ਦੇ ਵਿੱਚ ਤੁਹਾਡੀ ਸੈਲਰੀ ਆਇਆ ਕਰਨੀ ਆ। ਕਾਫੀ ਸਮਾਂ ਬੀਤ ਗਿਆ, ਅਸੀਂ ਇਹਨੂੰ ਆਖਿਆ ਵੀ ਕਰਾਉਂਦਾ ਨਹੀਂ ਆ, ਕਰਾ ਦੂੰਗਾ, ਹੋ ਜਾਏਗਾ। ਉਹ ਚੰਨੀ ਨਾਲ ਮੇਰੀ ਗੱਲ ਹੋ ਗਈ ਆ, ਮੁੱਖ ਮੰਤਰੀ ਚੰਨੀ ਨਾਲ। ਉਸ ਤੋਂ ਬਾਅਦ ਆਂਦਾ ਜੀ ਹੁਣ ਇਲੈਕਸ਼ਨ ਆ ਗਈ ਆ, ਗਾਂ ਵੀ ਆਪਣੀ ਕਾਂਗਰਸ ਸਰਕਾਰ ਆਈ ਨਹੀਂ, ਤੁਹਾਡਾ ਕੰਮ ਹੋ ਜਾਏਗਾ। ਇਹ ਪੋਲੀਟੀਕਲ ਬੰਦਾ ਹੈ ਜੀ? ਨਹੀਂ ਸਰ ਪਤਾ ਨਹੀਂ, ਗੱਡੀਆਂ ਦੀ ਸੇਲ ਪਰਚੇਸ ਦਾ ਕਰਦਾ, ਇਹਦੇ ਲਿੰਕ ਉਹਨੂੰ ਸਾਨੂੰ ਉਹਦੇ ਬਾਰੇ ਨਹੀਂ ਪਤਾ। ਇਹਨੇ ਹਾਂ ਚੰਨੀ ਦਾ ਜ਼ਰੂਰ ਨਾਂ ਲਿਆ ਜੀ, ਚੰਨੀ ਦੇ ਨਾਲ ਮੇਰੀ ਗੱਲ ਹੋਈ ਆ। ਕਰਨ ਸ਼ਾਇਦ ਫਰੋਡ ਹੀ ਰਿਹਾ ਸੀ। ਹੁਣ ਜਦੋਂ ਸਾਨੂੰ ਇਸ ਸਿਲਸਿਲੇ 'ਚ ਪਤਾ ਲੱਗਾ, ਅਸੀਂ ਇਹਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ। ਮੈਂ ਵੀਰ ਜੀ ਸੋਹਣ ਲਾਲ ਤੇ ਰਾਘਵ ਗਏ ਆ, 7 ਤਰੀਕ ਨੂੰ ਇਹਨੂੰ ਮਿਲੇ ਆ ਇਹਦੇ ਘਰ ਦੇ ਵਿੱਚ। ਇਹਨੇ ਸਾਨੂੰ ਕੋਈ ਸਪਸ਼ਟੀਕਰਨ ਨਹੀਂ ਦਿੱਤਾ, ਇਹੀ ਆਖਿਆ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਕੇ ਮਿਲਾਂਗਾ। ਫਿਰ 8 ਤਰੀਕ ਨੂੰ ਅੰਮ੍ਰਿਤਸਰ ਇਹ ਮੋਟਰਸਾਈਕਲ ਦੀ ਨੰਬਰ ਪਲੇਟ ਰਾਘਵ ਤੇ ਵੀਰ ਜੀ ਗਏ ਆ ਆਪਣੀ ਉਹ ਸਰ ਨਿਊ ਅੰਮ੍ਰਿਤਸਰ ਸਰਕਾਰੀ ਜਿਹੜੀ ਨੰਬਰ ਪਲੇਟ ਲੱਗਦੀ ਲਵਾਉਣ। ਉੱਥੇ ਇਹਦੀ ਕੋਲ ਆਈ ਆ ਵੀਰ ਜੀ ਨੂੰ, ਸੋਹਣ ਲਾਲ ਨੂੰ, ਵੀ ਮੈਂ ਤੁਹਾਨੂੰ ਮਿਲਣਾ ਵਾ। ਉਸ ਤੋਂ ਬਾਅਦ ਇਹ ਆਇਆ ਵਾ। ਫਿਰ ਵੀਰ ਨੇ ਆਖਿਆ ਵੀ ਮੁੰਡਾ ਮੇਰਾ ਬਹੁਤ ਤਣਾਅ 'ਚ ਆ, ਕੋਈ ਮਸਲਾ ਹੱਲ ਕਰੋ, ਕੀ ਕਰਨਾ ਵਾ, ਜੇ ਮੁੰਡਾ ਨੂੰ ਕੁਝ ਹੋ ਗਿਆ ਤੇ ਸਾਡਾ ਕੀ ਬਣੂ। ਇਹ ਆਂਦਾ ਕੋਈ ਨਹੀਂ ਮੈਂ ਸਮਝਾਉਣਾ। ਇਹ ਸਾਡੇ ਲਾਗੋਂ ਮੁੰਡੇ ਨੂੰ ਵੀਰ ਜੀ ਦੇ ਲਾਗੋਂ ਸਾਈਡ ਤੇ ਲੈ ਗਿਆ। ਇਹਨੇ ਪਤਾ ਨਹੀਂ ਸਾਈਡ 'ਤੇ ਜਾ ਕੇ ਕੀ ਮੁੰਡੇ ਨੂੰ ਆਖਿਆ, ਮੁੰਡੇ ਨੇ ਸਾਨੂੰ ਨਹੀਂ ਦੱਸਿਆ, ਮੁੰਡਾ ਚੁੱਪ ਕਰ ਗਿਆ। ਉਸ ਤੋਂ ਬਾਅਦ ਸਾਡੇ ਨਾਲ ਉਹਨੇ ਕੋਈ ਗੱਲਬਾਤ ਨਹੀਂ ਕੀਤੀ। ਅਸੀਂ ਪੁੱਛਦੇ ਨੇ ਆ, ਨਹੀਂ ਦੱਸਿਆ। ਕੱਲ ਵੀਰ ਜੀ ਆਪਣਾ ਟਰੱਕ ਡਰਾਈਵਰ ਆਪਣੇ ਕੈਂਟਰ ਗੱਡੀ ਉਹਨਾਂ ਦੀ ਫੇਰਾ ਲਾਉਣ ਚਲ ਗਏ ਬਟਾਲੇ। ਮਗਰੋਂ ਮੁੰਡੇ ਨੇ ਮਜੀਠਿਓਂ ਖਾਦ ਖੜੀ ਆ, ਆਂਦਾ ਉੱਥੇ ਥੋੜ੍ਹਾ ਜਿਹਾ ਢਿੰਜਣ ਬੀਜਿਆ, 2-3 ਮਰਲੇ ਹੋ ਗਏ, ਮੈਂ ਖਾਦ ਪਾਵਾਂ। ਅੱਗੇ ਵੀ ਨਾ ਇਹਦਾ ਨੇਚਰ ਇਸ ਤਰ੍ਹਾਂ ਦਾ, ਸਾਰੀ ਦਿਹਾੜੀ ਮੰਦਰ ਸੇਵਾ ਕਰਦਾ ਰਹਿੰਦਾ। ਉੱਥੇ ਅਸੀਂ ਆਖਿਆ ਸੇਵਾ ਕਰਨ ਗਿਆ, ਕਰੀਬ 4:30 ਵਜੇ ਰੌਲਾ ਪਿਆ ਵਾ, ਪਿੰਡ ਵਾਲਿਆਂ ਨੇ ਚੀਕਾਂ ਸੁਣੀਆਂ। ਉੱਥੇ ਇੱਕ ਮੁੰਡੇ ਨੇ ਭੱਜ ਕੇ ਸਾਨੂੰ ਆਖਿਆ ਵੀ ਰਘੂ ਤੁਹਾਡਾ, ਨਿਕਨੇਮ ਇਹਦਾ ਰਘੂ ਆ, ਰਘੂ ਤੁਹਾਡਾ ਉੱਥੇ ਚੀਕਾਂ ਮਾਰਦਾ। ਅਸੀਂ ਭੱਜੇ ਗਏ ਆ, ਉੱਥੇ ਲੰਮੇ ਪਿਆ ਸੀ, ਚੀਕਾਂ ਮਾਰਨ ਡਿਆ ਸੀ, ਪੋਟੀ ਵੀ ਦੀ ਨਿਕਲ ਗਈ ਸੀ। ਅਸੀਂ ਹਸਪੀਟਲ ਖੜਿਆ, ਪਰ ਉੱਥੇ ਜਾ ਕੇ ਇਹਦੀ ਡੈਥ ਹੋ ਗਈ। ਇਸ ਸੰਬੰਧੀ ਅਸੀਂ ਕੱਲ੍ਹ ਥਾਣਾ ਮਜੀਠਾ 'ਚ ਦਰਖਾਸਤ ਦਿੱਤੀ ਸੀ, ਜਦੋਂ ਕਿ ਰਾਤ ਸਵੇਰ ਤੱਕ ਵੀ ਕੋਈ ਮੌਕਾ ਵੇਖਣ ਨਹੀਂ ਸੀ ਗਿਆ, ਕੋਈ ਬੰਦੀ ਢੁਕਵੀਂ ਕਾਰਵਾਈ ਨਹੀਂ ਹੋਈ। ਅੱਜ ਸਵੇਰੇ ਅਸੀਂ ਰੌਲਾ ਪਾਇਆ, ਫਿਰ ASI ਹਰਜਿੰਦਰ ਸਿੰਘ ਮੌਕਾ ਵੇਖਣ ਗਿਆ। ਕੱਲ ਵੀ ਸਾਡੇ ਕੋਲ ਸਿਰਫ ਇਹੋ ਪਹੁੰਚਿਆ, ਕੋਈ SHO ਨਹੀਂ, ਕੋਈ ਸਟਾਫ ਨਹੀਂ। ਤੁਹਾਨੂੰ ਪੁਲਿਸ ਕੀ ਕਰਕੇ ਰਹੀ ਹੈ ਕਾਰਵਾਈ? ਕੀ ਹੁਣ ਪੁਲਿਸ ਨੇ 306 ਦੀ ਕਾਰਵਾਈ ਕਰਕੇ ਛੱਡਤਾ ਸੀ ਜੀ, ਹੋਰ ਕੋਈ ਕਾਰਵਾਈ ਨਹੀਂ। ਹੁਣ ਕੁਛ ਨਵੀਂ ਕਾਰਵਾਈ ਕੀਤੀ ਹੈ ਤੇ ਮੁਨਸ਼ੀ ਸਾਹਿਬ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਹੁਣ ਅਸੀਂ ਮੁਨਸ਼ੀ ਸਾਹਿਬ ਤੇ ਵੀ ਦਰਖਾਸਤ ਦੇਣ ਲੱਗੇ ਹਾਂ। ਦੇਤੀ ਆ ਜੀ। ਹੁਣ ਜੋ ਵੀ ਅਗਲੀ ਕਾਰਵਾਈ ਉਹ SHO ਸਾਹਿਬ ਨੂੰ ਪੁੱਛਦੇ ਆ ਕੀ ਕੀਤੀ ਮੰਗ ਕਰਦੇ ਜੀ ਹੁਣ? ਕੋਈ ਗ੍ਰਿਫਤਾਰੀ ਹੋਈ ਜੀ? ਕੋਈ ਨਹੀਂ ਸਰ, ਹਜੇ ਤੱਕ ਕੋਈ ਨਹੀਂ। ਜਦੋਂ ਕਿ ਮੁਨਸ਼ੀ ਖੁਦ ਇਸ ਵੇਲੇ ਮੌਜੂਦ ਥਾਣੇ, ਜਿਨ੍ਹਾਂ ਨੇ ਹੁਣੇ ਪਤਾ ਨਹੀਂ ਕਿੱਥੇ ਗਾਮਸ਼ਾ ਕਰਤਾ, ਮੁਨਸ਼ੀ ਤੱਕ ਨਹੀਂ ਇਹਨਾਂ ਅਰੈਸਟ ਕੀਤਾ। ਤੁਹਾਡੇ ਵੱਲੋਂ ਕੀ ਮੰਗ ਹੈ? ਸਾਡੇ ਵੱਲੋਂ ਸਰ ਇਹੀ ਮੰਗ ਆ ਕਿ ਮੁਨਸ਼ੀ ਜਗਰੂਪ ਸਿੰਘ ਨੂੰ ਤੇ ਮਨਦੀਪ ਸਿੰਘ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਇਨਸਾਫ ਕੀਤਾ ਜਾਵੇ। ਹਾਂਜੀ ਭਾਜੀ, ਕੀ ਨਾਮ ਹੈ ਜੀ ਆਪਣਾ? ਮੈਂ ਸੋਹਣ ਲਾਲ ਜੀ, ਤੇ ਕਿੱਥੋਂ ਦੇ ਰਹਿਣ ਵਾਲੇ ਸਰ? ਨੰਗਲ ਬਣਵਾ ਜੀ। ਤੇ ਕੀ ਮਸਲਾ ਹੋਇਆ, ਥੋੜਾ ਡਿਟੇਲ ਦੇ ਨਾਲ ਦੱਸਿਓ। ਮਸਲਾ ਇਹ ਜੀ, ਇਹਨਾਂ ਅੱਜ ਤੋਂ
1.5 ਸਾਲ ਪਹਿਲਾਂ ਮੈਨੂੰ ਇਹਨੇ ਆਖਿਆ ਵੀ ਤੇਰੇ ਬੇਟੇ ਨੂੰ ਅਸੀਂ ਨੌਕਰੀ ਦਿਲਵਾ ਦਿੰਦੇ ਆ। ਕਿੱਥੋਂ ਦਾ ਬੰਦਾ ਉਹਦਾ ਬੋਲਣਾ? ਨਾ ਖੁਰਦ ਕਿੰਨੇ ਕਿਹਾ ਸੀ? ਮਨਦੀਪ ਸਿੰਘ ਸਨ ਆਫ ਦਲਬੀਰ ਸਿੰਘ। ਉਹ ਕਿੱਥੇ ਪਿੰਡ ਕਿਹੜਾ ਦਾ? ਨਾ ਖੁਰਦ ਰਹਿੰਦਾ ਹੁਣ SG ਇਨਕਲੇਵ 'ਚ ਨੇ। ਠੀਕ ਹੈ ਜੀ। 37 ਨੰਬਰ ਕੋਠੇ ਤੇ। ਅੱਛਾ ਜੀ। ਮਤਲਬ ਉਹਨਾਂ ਨਾਲ ਮੈਂ ਪੁਰਾਣਾ ਮੇਰਾ ਰਿਲੇਸ਼ਨ ਹੀ 14 ਸਾਲ ਤੋਂ, ਮੈਂ ਗੱਡੀ ਚਲਾਉਂਦਾ ਨਾ ਡੀ ਦੇ। ਕਹਿੰਦਾ ਵੀ ਬੇਟੇ ਨੂੰ ਕੀ ਕਰਾਉਣਾ? ਮੈਂ ਜੀ ਬੇਟੇ ਨੂੰ ਦੱਸੋ। ਕਹਿੰਦਾ ਜੇ ਮੈਂ ਇਹਨੂੰ ਨੌਕਰੀ 'ਤੇ ਕਰਾਉਣਾ ਕਾਰਪੋਰੇਸ਼ਨ 'ਚ ਤੇ ਕਹਿੰਦਾ 5 ਲੱਖ ਲੱਗਦਾ ਵਾ, 3.5 ਲੱਖ ਰੁਪਏ ਤੇਰੇ ਕੋਲ ਲਵਾਂਗੇ। ਤੇ ਮੈਂ ਕਿਹਾ ਵੀ ਮੇਰੇ ਕੋਲ ਪੈਸੇ ਨਹੀਂ, ਮੈਂ ਗੱਡੀ ਲਈ ਖਰੀਦੀ ਹੋਣਾ, ਮੇਰੇ ਕੋਲ ਨਹੀਂ ਮਤਲਬ ਪੈਸੇ ਨਹੀਂ ਨਿਕਲਣੇ, ਜੇ ਤੁਸੀਂ ਥੋੜ੍ਹੀ ਬਹੁਤੀ ਮਦਦ ਕਰ ਸਕਦੇ ਤੇ ਮੇਰੀ ਕਰ ਦਿਓ। ਉਹਨੇ ਆਖਿਆ ਵੀ ਮੈਂ ਤੇ ਮੁੰਡਾ ਆਪਣਾ ਬੇਟਾ ਬਾਹਰ ਭੇਜਿਆ, ਮੇਰੇ ਕੋਲ ਨਹੀਂ ਹੈਗੇ, ਤੈਨੂੰ ਮੇਰਾ ਇੱਕ ਵਕੀਲ ਮਤਲਬ ਹੈਗਾ ਵਾ ਮੇਰਾ ਕਜ਼ਨ, ਉਹਦੇ ਕੋਲ ਮੈਂ ਤੈਨੂੰ 10 ਰੁਪਏ ਦਿੰਦਾ ਤੇ 8 ਰੁਪਏ ਦੇ ਲੈ ਜਾਂਦਾ। ਮੈਂ ਕਿਹਾ ਨਹੀਂ ਜੀ, ਮੈਂ ਕੋਈ ਹੋਰ ਕੋਈ ਕੰਮ ਕਰ ਲਾਂਗੇ, ਮੈਂ ਇਹਨੂੰ ਮਤਲਬ 8 ਰੁਪਏ ਦੇ ਮੈਂ ਪੈਸੇ ਨਹੀਂ ਲੈ ਸਕਦਾ। ਫਿਰ ਮੈਂ ਆਪਣੇ ਪਿੰਡ ਸਰਪੰਚ ਨੂੰ ਉਹਨਾਂ ਕੋਲ 1 ਲੱਖ ਰੁਪਏ ਉਹਨਾਂ ਕੋਲ 3 ਰੁਪਏ ਹਿਸਾਬ ਨਾਲ ਵਿਆਜੀ ਲੈ ਕੇ ਉਹਨਾਂ ਮੈਨੂੰ ਕੋਈ ਦਵਾਇਆ। ਫਿਰ ਇਹਨਾਂ ਨੇ ਮੈਨੂੰ 1.5 ਲੱਖ ਦਿੱਤਾ। ਉਹ ਤੋਂ ਬਾਅਦ ਹੁਣ ਇਹਨਾਂ ਨੇ ਬੇਟੇ ਦੇ ਪ੍ਰੂਫ ਕਿਤੇ ਨੌਕਰੀ ਵਾਸਤੇ ਲੈਂਦੇ ਰਹੇ ਤੇ ਉਹਦੇ ਮਤਲਬ ਇਹਨਾਂ ਗਲਤ ਵਰਤੋਂ ਕਰਦੀ, ਗੱਡੀ ਨੰਬਰ ਲਵਾ ਕੇ ਤੇ ਉਹ ਪੱਟੀਆਂ ਨੋਟਿਸ 1 ਤਰੀਕ ਨੂੰ ਸਾਨੂੰ ਆਇਆ ਤੇ ਉਹਦੇ ਬਾਅਦ 'ਚ ਪਤਾ ਲੱਗਾ ਗੱਡੀ ਫਾਈਨੈਂਸ ਕਰਾਈ ਹੈ ਜੀ? ਗੱਡੀ ਫਾਈਨੈਂਸ ਨਹੀਂ ਗਈ, ਗੱਡੀ ਯੂਪੀ ਨੰਬਰ ਕੋਈ ਲਿਆ ਕੇ ਤੇ ਇਹਦੇ ਪ੍ਰੂਫ ਲੈ ਕੇ ਤੇ ਪੱਟੀ ਤੋਂ ਕੋਈ ਨੰਬਰ ਲਵਾ ਲਿਆ ਗੱਡੀ ਦੇ ਮੇਰੇ ਬੇਟੇ ਦੇ ਨਾਂ ਤੇ। ਫਿਰ ਡਾਕੀ ਇਹ ਕੋਈ ਜਿਹੜੀ ਆਉਣੀ RC ਕਹਿੰਦਾ ਵੀ ਰਘੂ ਤੇਰੇ ਨਾਂ ਤੇ ਡਾਕੂਮੈਂਟ ਆਉਣਾ ਹੈ ਮੇਰਾ ਵਾ। ਡਾਕੀ ਕੋਈ ਚਿੱਠੀ ਆਪਣੇ ਆਪ ਹੀ ਉਹ ਲੈ ਗਏ RC। ਉਹ ਤੋਂ ਬਾਅਦ 1 ਤਰੀਕ ਨੂੰ ਜਿਹੜਾ ਨੋਟਿਸ ਆਇਆ ਸਾਨੂੰ ਫਿਰ ਪਤਾ ਲੱਗਾ ਵੀ ਇਹ ਕੀ ਗੱਲ ਹੋਈ ਹੈ ਤੇ ਕਿਹੜੀ ਗੱਡੀ ਸਾਡੀ, ਤੇ ਗੱਡੀ ਦਾ ਕੋਈ ਨੰਬਰ ਹੀ ਨਹੀਂ, ਗੱਡੀਆਂ 2-4 ਵੇਚੀਆਂ ਸੀ ਵੱਡੀਆਂ ਟਰੱਕ ਤੇ ਇਹ ਨੰਬਰ ਹੈ ਨਹੀਂ ਸਾਡਾ। ਅਸੀਂ ਫਿਰ ਪਰਚੋਲ ਕੀਤੀ, ਮੈਂ ਕਿਹਾ ਤੇਰੇ ਪ੍ਰੂਫ ਕਿਤੇ ਗਲਤ ਆਂਦਾ ਪ੍ਰੂਫ ਤੇ ਮੇਰੇ ਅੰਕਲ ਕੋਲ। ਮੈਂ ਉਹਨੂੰ ਫੋਨ ਕੀਤਾ, ਕਹਿੰਦਾ ਮੈਨੂੰ ਵਰਕਸ਼ਾਪ ਕਰੋ ਜਿਹੜੀ ਤੁਹਾਨੂੰ ਆਈ ਨੋਟਿਸ ਆਇਆ। ਉਹ ਜਾਂਦਾ ਜਾ ਰਿਹਾ ਤੇ ਮੈਂ ਨੰਬਰ ਲਵਾਇਆ, ਮੈਂ ਤੁਹਾਨੂੰ ਦੱਸਿਆ ਨਹੀਂ। ਕਹਿੰਦਾ ਯਾਰ ਮੈਂ ਦੱਸਿਆ ਨਹੀਂ। ਮੈਂ ਕਿਹਾ ਘਰ ਵਾਲੀ ਗੱਲ ਆ, ਮਤਲਬ ਫਿਰ ਕਿਹੜੀ ਗੱਲ ਹੈ ਜੀ ਲਵਾ ਲਿਆ। ਤੇ ਮੈਂ ਕਿਹਾ ਤੁਸੀਂ ਹੁਣ ਸਾਨੂੰ ਨੋਟਿਸ ਆ ਗਿਆ, ਰੌਲਾ ਪੈ ਗਿਆ ਤੇ ਤੁਸੀਂ ਹੁਣ ਇਹ ਕੀ ਕਹਿੰਦੇ ਕੋਈ ਗੱਲ ਨਹੀਂ ਹੈ। ਕਹਿੰਦਾ ਜਦ ਕੋਲ ਮੇਰਾ ਮੋਟਰਸਾਈਕਲ ਇੰਨੇ ਚਿਰ ਦਾ ਤੈਨੂੰ ਦਿੱਤਾ, ਮੈਂ ਕਿਹਾ ਤੁਸੀਂ ਮੈਨੂੰ ਪ੍ਰੂਫ ਕਿ ਦਿੰਦੇ ਤੇ ਮੈਂ ਨਾ ਕਰਾਉਂਦਾ। ਕਹਿੰਦਾ ਫਿਰ ਕਿਹੜੀ ਗੱਲ ਸੀ, ਉਹ ਸਾਈਨ ਕਰਾ ਕੇ ਆਪੇ ਕਰਾ ਲੈਂਦਾ। ਤੇ ਮੈਂ ਕਿਹਾ ਤੁਸੀਂ ਹੁਣ ਆਪੇ ਸਾਈਨ ਕਰਾ ਕੇ ਉਹਦੇ ਗਲਤ ਨੰਬਰ ਲਵਾ ਕੇ ਭੇਜ ਦੇਣਾ। ਉਹ ਨੋਟ ਸਾਡੇ ਘਰ ਆਉਂਦਾ, ਤੁਹਾਡੇ ਘਰ ਥੋੜ੍ਹਾ ਆਉਂਦਾ। RC ਤੁਸੀਂ ਲੈ ਕੇ ਡਾਕੀ ਅਦਾਲਤ ਦਾ ਨੋਟਿਸ ਆਇਆ, ਅਦਾਲਤ SDM ਪੱਟੀ ਦਾ ਨੋਟਿਸ ਆਇਆ ਵਾ ਤੇ ਆਪਾਂ 1 ਤਰੀਕ ਨੂੰ ਨਾਲ ਹੀ ਇੱਧਰ ਆਏ ਆ ਮੁੰਸ਼ੀ ਜਗਰੂਪ ਸਿੰਘ ਗੱਲ। 3 ਜਣੇ ਆਪਾਂ ਥਾਣਾ ਜਗਰੂਪ ਸਿੰਘ ਮੁੰਸ਼ੀ ਵੱਲ ਆਏ ਆਪਾਂ। ਉਹਨਾਂ ਨੂੰ ਰੱਜ ਕੇ ਜਲੀਲ ਕੀਤਾ ਵਾ। ਅਗਲੇ ਬੰਨੇ ਆਂਦਾ ਵਾ ਵੀ ਤੁਸੀਂ ਬਸ ਤੁਸੀਂ ਕੀਤਾ, ਮੁੰਡੇ ਤੁਹਾਡਾ ਵੀ ਮੁੰਸ਼ੀ ਨੇ ਮੁੰਡੇ ਦਾ ਉਦੋਂ ਦਾ ਮੁੰਡੇ ਨੇ ਦਿਲ ਤੇ ਲਾਈ ਗੱਲ। ਉਹ ਕੱਲ ਉਹਨੇ ਬਸ ਆ ਸਟੈਪ ਚੁੱਕਿਆ। ਮੁੰਸ਼ੀ ਦੀ ਵੀ ਬਹੁਤੀ ਕਾਰਨ, ਮੁੰਸ਼ੀ ਦੀ ਵੀ ਰਲੀ ਭੁਗਤੀ ਉਹਦੇ ਨਾਲ, ਰਲੀ ਭੁਗਤ ਹੋਈ ਮੁੰਸ਼ੀ ਦੀ ਪੂਰੀ। ਤੇ ਜੀ ਕੱਲ੍ਹ ਇੱਕ ਨੰਗਲ ਪੰਡੂਆਂ ਪਿੰਡ ਦੇ ਵਿੱਚ ਇੱਕ ਮੁਕੱਦਮਾ ਨੰਬਰ 110 ਅਸੀਂ ਕੱਲ੍ਹ ਰਜਿਸਟਰ ਕੀਤਾ ਸੀ, ਜਿਹਦੇ ਵਿੱਚ ਇੱਕ ਕੋਈ ਡਿਸੀਜ਼ਡ ਸੀਗਾ ਰਾਘਵ ਸ਼ਰਮਾ ਨਾਮ ਦਾ, ਜਿਹਨੇ ਕਿ ਸੁਸਾਈਡ ਕਰ ਲਿਆ ਸੀ। ਕੱਲ੍ਹ ਉਹਦੇ ਰਿਲੇਟਿਡ ਕੱਲ੍ਹ ਜਿਹੜੀ FIR ਕੀਤੀ ਗਈ ਸੀ ਅੰਡਰ ਸੈਕਸ਼ਨ 306 IPC। ਉਹਦੇ ਵਿੱਚ ਜਿਹੜਾ ਵਾ ਮ੍ਰਿਤਕ ਨੇ ਆਪਣੇ ਜਿਹੜੇ ਪਿੰਡ ਦੇ ਰਹਿਣ ਵਾਲੇ ਕਿਸੇ ਦੇ ਇਲਜ਼ਾਮ ਲਾਇਆ ਸੀ ਕਿ ਉਹਦੇ ਦੁੱਖੋਂ ਉਹਦੇ ਰਿਲੇਟਿਡ FIR ਕੀਤੀ। ਉਹ ਮੁਕੱਦਮੇ ਦੇ ਵਿੱਚ ਸੰਬੰਧੀ ਜਿਹੜਾ ਅੱਜ ਮ੍ਰਿਤਕਾਂ ਦੇ ਪਰਿਜਨਾਂ ਵੱਲੋਂ ਜਿਹੜੇ ਇੱਥੇ ਥਾਣੇ ਆਏ ਗਏ। ਸਰ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਤੁਹਾਡੇ ਜਿਹੜੇ ਮੁਲਾਜ਼ਮ ਮੁਨਸ਼ੀ ਵੱਲੋਂ ਵੀ ਉਹਨਾਂ ਨੂੰ ਹਰਾਸਮੈਂਟ ਕੀਤਾ ਗਿਆ, ਉਹਨਾਂ ਨੇ ਗਲਤ ਸ਼ਬਦਾਵਲੀ ਬੋਲੀ ਗਈ, ਇਸ ਲਈ ਉਹ ਡਿਪਰੈਸ਼ਨ 'ਚ ਆ ਕੇ ਉਹਨੇ ਇਹ ਕੰਮ ਕੀਤਾ। ਜੋ ਉਹਦੇ ਲੜਕਾ ਜੋ ਡਿਸੀਜ਼ਡ ਜਿਹਦੀ ਮੌਤ ਹੋਈ ਹੈ ਰਾਘਵ ਸ਼ਰਮਾ, ਉਹਨੇ 1/7 ਨੂੰ ਆਣ ਕੇ ਇੱਥੇ ਕੋਈ ਦਰਖਾਸਤ ਦਿੱਤੀ ਸੀ। ਉਹ ਦਰਖਾਸਤ ਦੇ ਰਿਲੇਟਿਡ ਜਿਹੜਾ ਵਾ ਜੋ ਉਹਨਾਂ ਦੇ ਪਰਿਜਨਾਂ ਦੇ ਕਹੇ ਮੁਤਾਬਿਕ ਕਿ ਇਹਨਾਂ ਨਾਲ ਜਿਹੜੀ ਇਹ ਬਦਸਲੂਕੀ ਕੀਤੀ ਗਈ ਜਾਂ ਉਹਨਾਂ ਵੱਲੋਂ ਚੰਗੀ ਤਰ੍ਹਾਂ ਨਹੀਂ ਡੀਲ ਕੀਤਾ ਗਿਆ, ਉਹਦੇ ਲਈ ਜਿਹੜਾ ਵਾ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਲਿਆ ਕੇ ਜਿਹੜੀ ਮੁੱਖ ਮੁਨਸ਼ੀ ਦੇ ਖਿਲਾਫ ਉਹ ਬੰਦੀ ਕਾਰਵਾਈ ਕਰ ਦਿੱਤੀ ਗਈ ਹੈ। ਕੀ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ? ਕੀ ਕਾਰਵਾਈ ਕੀਤੀ ਜਿਨ੍ਹਾਂ ਦੇ ਕਾਰਨ ਉਹ ਖੁਦਕੁਸ਼ੀ ਕੀਤੀ? ਉਹਨਾਂ ਤੇ ਕੱਲ 110 ਨੰਬਰ ਮੁਕੱਦਮਾ ਅੰਡਰ ਸੈਕਸ਼ਨ 306 420 468 IPC ਜਿਹੜਾ ਫੋਰਜਰੀ ਦੇ ਤਹਿਤ ਹੀ ਦਰਜ ਕਰਕੇ ਜਿਹੜੀ ਅੱਗੇ ਦੋਸ਼ੀਆਂ ਦੀ ਛਾਪੇਮਾਰੀ ਲਈ ਜਿਹੜੀ ਗ੍ਰਿਫਤਾਰੀ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ। ਤੇ ਸਰ ਇਹ ਜਿਹੜੀ ਕਾਰਵਾਈ ਆ ਸਿਰਫ ਸਿੰਗਲ ਪਰਸਨ ਤੇ ਕੀਤੀ ਗਈ ਹੈ ਤੇ ਇਹ ਸਿਰਫ ਮੁਕੱਦਮੇ ਦੇ ਵਿੱਚ ਇੱਕੋ ਹੀ ਦੋਸ਼ੀ ਹੈ, ਉਹਦੇ ਮਨਦੀਪ ਸਿੰਘ ਦੇ ਨਾਮ ਤੇ ਹੀ ਹੈ, ਨਾਗ ਦਾ ਹੀ ਰਹਿਣ ਵਾਲਾ ਉਹਦੇ ਖਿਲਾਫ ਹੀ ਕੀਤੀ ਗਈ। ਨਹੀਂ ਜਿਹੜੇ ਤੱਕ ਇੱਥੇ ਮੁਲਾਜ਼ਮ ਤੇ ਜਿਹੜੀ ਮੁਲਾਜ਼ਮ ਜਿਹੜਾ ਮੁੱਖ ਮੁਨਸ਼ੀ ਦੇ ਖਿਲਾਫ ਜਗਰੂਪ ਸਿੰਘ ਦੇ ਖਿਲਾਫ ਹੀ ਕਾਰਵਾਈ ਕੀਤੀ ਗਈ। ਇੱਕੋ ਮੁਲਾਜ਼ਮ ਉਹਦੇ ਕੋਲ ਹੀ ਆਈ ਸੀ, ਉਹਨੇ ਪੁਲਿਸ ਲਾਈਨ ਦਾ ਰਵਾਨਾ ਕਰਕੇ ਤੇ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਗਈ। ਸਰ ਇਸ ਸੰਬੰਧ ਵਿੱਚ ਕਿਹਦੀ ਗ੍ਰਿਫਤਾਰੀ ਹੋਈ ਹੈ? ਨਹੀਂ ਹਜੇ ਕਿਸੇ ਦੀ ਨਹੀਂ ਹੋਈ। ਲੇਟ ਨਾਈਟ ਹੀ ਪਰਚਾ ਦਰਜ ਹੋਇਆ, ਉਹਨਾਂ ਲਈ ਜਿਹੜੀ ਰੇਡ ਕੀਤੀ ਜਾ ਰਹੀ ਦੋਸ਼ੀਆਂ ਦੀ ਗ੍ਰਿਫਤਾਰੀ। ਸਰ ਜਿਹੜੀ ਉਹ ਇੱਕ ਜਿਹੜੀ ਗੱਡੀ ਦਾ ਮਸਲਾ ਵਾ ਉਹਦੇ ਵਿੱਚ ਇੱਕ ਹੀ ਗੱਡੀ ਆ ਜਿਹੜੀ ਇਹਨਾਂ ਦੇ ਨਾਂ ਤੇ ਲਈ ਆ ਜਾਂ ਹੋਰ ਵੀ ਗੱਡੀ ਦੇ ਲਈ? ਦੇਖੋ ਇਹਨਾਂ ਦੋਵਾਂ ਦੇ ਆਪਸ 'ਚ ਫੈਮਿਲੀ ਰਿਲੇਸ਼ਨ ਸੀ ਤੇ ਉਹਦੇ ਵਿੱਚ ਜਿਹੜੀ ਗੱਡੀ ਹੈ ਉਹ ਰਾਘਵ ਸ਼ਰਮਾ ਦੇ ਨਾਮ ਤੇ ਸੀਗੀ। ਹੁਣ ਉਹ ਤਫਤੀਸ਼ ਦਾ ਹਿੱਸਾ ਕਿ ਰਾਘਵ ਸ਼ਰਮਾ ਨੇ ਜਿਹੜਾ ਵਾ ਆਪਣੇ ਨਾਮ ਤੇ ਲਿੱਤੀ ਜਾਣਬੁੱਝ ਕੇ ਜਾਂ ਮਨਦੀਪ ਨੇ ਧੋਖੇ ਨਾਲ ਜਿਹੜੀ ਉਹਦੇ ਕੋਲ ਆਪਣੇ ਨਾਮ ਤੇ ਕਰਵਾਈ, ਉਹ ਜੋ ਵੀ ਉਹਦੀ ਤਫਤੀਸ਼ ਦੇ ਵਿੱਚ ਆਏਗਾ ਸਾਹਮਣੇ ਉਹਦੇ ਖਿਲਾਫ ਜਿਹਦੇ ਡਿਸੀਜ਼ਡ ਜਿਹਦੀ ਡੈਥ ਹੋਈ ਹੈ। ਬੱਚੇ ਦੀ ਕਿੰਨੀ ਉਹਦੀ 20-22 ਸਾਲ ਉਮਰ ਹੈ ਕਰੀਬ।
ਤਾਂ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ 110 ਨੰਬਰ ਮੁਕੱਦਮਾ 306 420 ਦਾ ਉਹ ਦਰਜ ਰਜਿਸਟਰ ਕੀਤਾ ਗਿਆ ਕੱਲ ਲੇਟ ਨਾਈਟ ਹੀ ਹੋਇਆ ਬੱਚਾ।